ਬਣਾਉਂਦੇ ਅਸੀਂ ਰਹਿ ਕੇ ਲੈਣ ਹੁਣ ਇਹ ਇੱਥੇ ਲੱਗਦੇ ਆ। ਮੋਦੀ ਨੂੰ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਨੂੰ ਭਾਰਤ ਦਾ ਹਿੱਸਾ ਸਮਝਦਾ ਜਾਂ ਨਹੀਂ ਸਮਝਦਾ, ਤੂੰ ਸਪਸ਼ਟ ਕਰ। ਜਦੋਂ ਮੰਗਦੇ ਸੀ ਕਿ ਭੁੱਖਾ ਮਰ ਗਿਆ ਦੇਸ਼, ਖੈਰ ਪਾ ਦਿਓ, ਉਦੋਂ ਇਹਨਾਂ ਕਿਰਤੀਆਂ ਕਿਸਾਨਾਂ ਨੇ ਖੈਰ ਪਾਈ, ਉਦੋਂ ਢਿੱਡ ਭਰਿਆ ਮੁਲਕ ਦਾ। ਤੇ ਅੱਜ ਇਹਨਾਂ ਕਿਰਤੀਆਂ ਦੇ ਤੁਸੀਂ ਗਲਗੂਠਾ ਦੇਣ ਲੱਗੇ ਪਏ ਹੋ। ਜਿਹੜਾ ਬਿਨਾਂ ਗੁਣਾਂ ਤੋਂ ਹੰਕਾਰ ਕਰੇ ਉਹ ਹੁੰਦਾ ਅਸਲੀ ਖੋਤਾ। ਇਹਨਾਂ 'ਚ ਗੁਣ ਤਾਂ ਕੋਈ ਹੈ ਨਹੀਂ। ਉਹਨਾਂ ਲਈ ਇਹ ਲਫ਼ਜ਼ ਵਰਤ ਰਿਹਾ ਕਿ ਤੁਸੀਂ ਮਰ ਲੈਂਦੇ, ਹੋਰ ਦਿਨ ਵਿਰੋਧ ਕਰ ਲੈਂਦੇ। ਵਿਰੋਧ ਲਫ਼ਜ਼ ਵੀ ਨਹੀਂ, ਮਰ ਲੈਂਦੇ ਲਫ਼ਜ਼ ਵਰਤ ਰਿਹਾ। ਸਤਿ ਸ਼੍ਰੀ ਅਕਾਲ ਜੀ। ਕਿਸਾਨਾਂ ਨੇ ਮੋਰਚੇ ਕੱਢ ਦਿੱਤੇ। ਕਿਸਾਨ ਦਿੱਲੀ ਦੀ ਹਿੱਕ ਉੱਤੇ ਦਹਾੜ ਰਹੇ ਆ। ਕੱਲ੍ਹ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ। ਬਹੁਤ ਸਾਰੇ ਸਮੀਕਰਨ ਜਿਹੜੇ ਬਦਲ ਰਹੇ ਆ, ਪਰ ਇਸ ਤੋਂ ਜਿਹੜੀ ਖਾਸ ਗੱਲਾਂ ਨਿਕਲ ਰਹੀਆਂ, ਚੰਗੀਆਂ ਗੱਲਾਂ ਨਿਕਲ ਰਹੀਆਂ ਗੀਆਂ, ਉਹ ਵੀ ਬੜੀਆਂ ਗੀਆਂ। ਏਕੇ ਦੀ ਗੱਲ ਆ ਰਹੀ ਆ ਸਾਹਮਣੇ, ਏਕਾ ਹੋ ਵੀ ਰਿਹਾ ਗਾ, ਚੰਗੀ ਗੱਲ ਆ। ਪੰਜਾਬ ਹਰਿਆਣਾ ਦੀ ਭਾਈਚਾਰਾ ਵੀ ਵੱਧ ਰਿਹਾ ਗਾ, ਤੇ ਹੋਰ ਵੀ ਬੜੇ ਪੁਆਇੰਟ ਆ। ਲੋਕਾਂ ਨੇ ਆਪ ਮੁਹਾਰੇ ਮੈਡੀਕਲ ਦੀ ਫੈਸਿਲਿਟੀ, ਲੰਗਰ ਦਾ ਸਾਰਾ ਹੀ ਪ੍ਰਬੰਧ ਕੀਤਾ ਹੋਇਆ ਗਾ। ਦਿੱਲੀ ਦੇ ਲੋਕ ਵੀ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਆ, ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਬੀਬੀਆਂ ਗਈਆਂ ਧਰਨੇ ਦੇ ਵਿੱਚ ਆਈਆਂ, ਜਾਂ ਖਾਸ ਕਰਕੇ ਉਹ ਕੁੜੀਆਂ ਜਿਹੜੀਆਂ ਕਾਲਜ ਦੀ ਪੋਲੀਟਿਕਸ ਕਰਦੀਆਂ ਗਈਆਂ, ਉਹ ਇੱਥੇ ਆਉਂਦੀਆਂ ਗਈਆਂ, ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ, ਪੰਜਾਬੀ ਯੂਨੀਵਰਸਿਟੀ ਹੋਵੇ, ਜਾਂ ਦਿੱਲੀ ਦਾ ਕੋਈ ਐਜੂਕੇਸ਼ਨ ਅਦਾਰਾ ਹੋਵੇ, ਉਹ ਵੀ ਆਪਣੇ ਆਪ ਨੂੰ ਇੱਥੇ ਸੇਫ ਫੀਲ ਕਰ ਰਹੀਆਂ ਹਨ। ਸਾਡੀਆਂ ਬੜਿਆਂ ਨਾਲ ਆਫ ਰਿਕਾਰਡ ਗੱਲ ਹੋਈ। ਬਹੁਤ ਸਾਰੇ ਹੋਰ ਵੀ ਗੱਲਾਂ ਨੇ, ਅਸੀਂ ਹੋਰ ਗੱਲਾਂ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਉੱਘੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਜੀ ਜੀ। ਮਾਂਜੀ ਸਾਹਿਬ ਸਵਾਗਤ ਹੈ। ਹਾਂਜੀ, ਧੰਨਵਾਦ ਵੀਰ ਜੀ। ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਦਾਂ ਦੇਖ ਰਹੇ ਹੋ ਸਾਰਾ ਜਿਹੜੀ ਯੋਜਨਾਬੰਦੀ ਹੋਈ ਆ? ਉਮੀਦ ਸੀਗੀ ਵੀ ਇੰਨਾ ਇਕੱਠ ਹੋ ਜਾਊਗਾ? ਦੇਖੋ ਜੀ, ਇਹ ਹੈ ਜਿਹੜਾ ਇਕੱਠ ਏਡੇ ਵੱਡੇ ਪੱਧਰ ਤੇ ਹੋਇਆ ਜੀ, ਮੈਨੂੰ ਲੱਗਦਾ ਹੈ ਕਿ ਕਿਸਾਨ ਜਾਂ ਆਮ ਲੋਕ ਆਪਣੇ ਆਪ ਨਹੀਂ ਲੈ ਆਏ ਇੱਥੇ। ਅਸਲ 'ਚ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਉਹਦੇ ਮੂੰਹ ਤੇ ਜਾਬਰ ਕਹਿ ਕੇ ਸਾਡੇ ਅੰਦਰ ਇੱਕ ਸਪਿਰਿਟ ਭਰਤੀ ਕਿ ਜਿੱਡੀ ਮਰਜ਼ੀ ਪਾਵਰਫੁਲ ਤਾਕਤ ਹੋਵੇ, ਜਿੱਡਾ ਮਰਜ਼ੀ ਕੋਈ ਪਾਵਰ 'ਚ ਹੋਵੇ, ਜੇ ਉਹ ਬਦਮਾਸ਼ ਹੈ, ਉਹ ਗੁੰਡਾ ਹੈ, ਉਹਦੇ ਖਿਲਾਫ ਜਿਹੜਾ ਡਟ ਕੇ ਆਵਾਜ਼ ਬੁਲੰਦ ਕਰਨੀ ਹੈ। ਤਾਂ ਉਸ ਬਾਣੀ ਨਾਲ ਜੁੜੇ ਹੋਏ ਸਿੱਖ ਜਿਹੜੇ ਪੜ੍ਹਦੇ ਆ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹੀਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਅਸੀਂ ਉਸ ਗੁਰੂ ਦੇ ਸਿੱਖਾਂ। ਜਦੋਂ ਆਹ ਦਿੱਲੀ ਜਿੱਥੇ ਆਪਾਂ ਖੜੇ ਹਾਂ, ਇੱਥੇ ਕਿਸੇ ਵਕਤ ਇਹ ਕਹਾਵਤ ਪ੍ਰਚਲਿਤ ਰਹੀ ਹੈ ਕਿ ਦਲੀਸਵਰੋ ਵਾ ਈਸਵਰੋ, ਦਿੱਲੀ ਦਾ ਰਾਜਾ ਹੀ ਰੱਬ ਹੈ। ਤੇ ਬਾਬੇ ਨਾਨਕ ਨੇ ਕਿਹਾ ਕਲ ਕਾਤੀ ਰਾਜੇ ਕਸਾਈ, ਰਾਜਿਆਂ ਨੂੰ ਕਸਾਈ ਕਹਿਣ ਵਾਲਾ ਸਾਡਾ ਬਾਬਾ ਹੈ। ਔਰ ਭਾਈ ਗੁਰਦਾਸ ਜੀ ਨੇ ਜਿਵੇਂ ਬਚਨ ਲਿਖੇ ਨੇ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਵਾੜ ਅੱਜ ਵੀ ਖੇਤ ਨੂੰ ਖਾ ਰਹੀ ਹੈ। ਔਰ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਗੁਰੂ ਦੀ ਬਖਸ਼ਿਸ਼ ਨਾਲ ਪੰਜਾਬ ਕਮਾਂਡ ਕਰ ਰਿਹਾ ਹੈ, ਇਹਦੇ ਵਿੱਚ ਲੀਡ ਕੀਤੀ ਹੈ ਪੰਜਾਬ ਨੇ। ਹਾਂ ਠੀਕ ਹੈ, ਸਾਰੇ ਸੂਬੇ ਹੁਣ ਇਕਮੁੱਠ ਹੋ ਗਏ, ਏਕਤਾ ਹੋ ਗਈ, ਜਿਵੇਂ ਆਪ ਜੀ ਨੇ ਗੱਲ ਕੀਤੀ ਹੈ। ਇੱਕ ਮੁੱਠਤਾ ਦੇ ਨਾਲ ਇਸ ਜ਼ਾਲਮ ਨੂੰ, ਮੋਦੀ ਨੂੰ ਬੰਗਾਰ ਰਹੇ ਨੇ, ਇਸ ਹਕੂਮਤ ਨੂੰ, ਕਿ ਇਹ ਜਿਹੜੇ ਹੱਕ, ਇਹ ਜਿਹੜੀਆਂ ਜ਼ਮੀਨਾਂ ਨੇ, ਮੋਦੀ ਦੇ ਪਿਓ ਨੇ ਨਹੀਂ ਸਾਨੂੰ ਦਿੱਤੀਆਂ। ਇਹ ਜ਼ਮੀਨਾਂ ਜਦੋਂ ਖਾਲਸਾ ਰਾਜ ਕਾਇਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ, ਜਦੋਂ ਸਿੱਕਾ ਜਦਬਰ ਹਰਦੋ ਆਲਮ ਤੇਗ ਨਾਨਕ ਵਾਹੇ ਵਸਤ, ਫਤਿਹ ਗੋਬਿੰਦ ਸਿੰਘ ਸਾਹਿਬ ਸ਼ਾਹਾਂ ਫਜ਼ਲ ਸੱਚਾ ਸਾਹਿਬ ਵਸਤ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਜਦੋਂ ਸਿੱਕਾ ਜਾਰੀ ਹੋਇਆ, ਉਹ ਉਦੋਂ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਹ ਹੱਕ ਜਿਹੜਾ ਮੋਦੀ ਗੌਰਮੈਂਟ ਖੋਣਾ ਚਾਹੁੰਦੀ ਹੈ, ਉਹਦੇ ਖਾਤਰ ਸਾਰੇ ਇਕਮੁੱਠਤਾ ਦੇ ਨਾਲ ਲੜਾਈ ਲੜ ਰਹੇ ਸੀ। ਇੱਕ ਹੋਰ ਗੱਲ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ, ਜਿਹੜੇ ਪਹਿਲਾਂ ਪੰਜਾਬ 'ਚ ਲੋਕ ਜਾਂ ਹੋਰ ਬੜੇ ਲੋਕ ਸ਼ਰਾਰਤੀ ਆਂਸਰ ਗੱਲਾਂ ਕਰਦੇ ਸੀਗੇ ਵੀ ਇਹ ਕੌਮ ਤੋਂ ਕੁਝ ਨਹੀਂ ਹੋਣਾ, ਸਾਰਾ ਕੁਝ ਹੱਥੋਂ ਜਾ ਰਿਹਾ, ਸਾਡੀ ਹੋਂਦ ਤੇ ਬਣਾਈ ਸੀਗੀ, ਉਹਨਾਂ ਨੂੰ ਵੀ ਮੈਂ ਕਹਿਣਾ ਵੀ ਜਵਾਬ ਮਿਲ ਗਿਆ, ਬਹੁਤ ਵੱਡਾ ਜਵਾਬ ਮਿਲ ਗਿਆ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਕਿ ਏਜੰਸੀਆਂ ਨੇ ਬੜੀ ਕੋਸ਼ਿਸ਼ ਕੀਤੀ, ਕਦੇ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ, ਕਦੇ ਸਾਨੂੰ ਬੇਕਸੂਰਾਂ ਦੇ ਉੱਤੇ ਅਸਲੇ ਦੇ ਜਿਹੜੇ ਕੇਸ ਪਾਏ, ਫਿਰ ਸਾਡਾ ਨਸ਼ਿਆਂ ਰਾਹੀਂ ਘਾਣ ਕਰਨ ਦਾ ਯਤਨ ਕੀਤਾ, ਇਸ ਕਿਸਮ ਦਾ ਮਾਹੌਲ ਬਣਾਤਾ ਕਿ ਫੌਰਨ ਨੂੰ ਚਲੇ ਜਾਣ ਪੰਜਾਬ ਦੇ ਲੋਕ ਜਿਹੜੇ ਨੇ। ਪਰ ਇਹਦੇ ਬਾਵਜੂਦ ਵੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਤਾਂ ਉਹ ਕੌਮ ਹੈ, ਜਦੋਂ ਇਹ ਗੱਲ ਚੱਲ ਪਈ ਸੀ ਕਿ ਸਿੱਖ ਤਾਂ ਬਿਲਕੁਲ ਖਤਮ ਹੋ ਗਏ, ਹੁਣ ਤਾਂ ਸਿੱਖ ਦੀ ਕੋਈ ਤਸਵੀਰ ਭਾਵੇਂ ਮਿਲ ਜਾਵੇ ਉਹ ਮਿਲ ਸਕਦੀ ਹੈ, ਉਸ ਸਮੇਂ ਸਾਡੇ ਦੋ ਯੋਧਿਆਂ ਨੇ, ਬਾਬਾ ਬੁੱਤਾ ਸਿੰਘ ਤੇ ਗਰਜਾ ਸਿੰਘ ਨੇ, ਸੋਟੇ ਲੈ ਕੇ ਕਹਿਤਾ ਸੀ ਕਿ ਖਾਲਸੇ ਦਾ ਰਾਜ ਹੋ ਗਿਆ। ਤਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸਾਂ ਨੇ ਪਿਛਲੇ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਆ ਅੰਬਾਨੀਆਂ ਅਡਾਨੀਆਂ ਦੇ ਨਾਕੇ ਜਿਹੜੇ ਚਕਾ ਰੱਖੇ ਆ ਜੀ। ਸੋ ਇਸ ਲਈ
ਇਹ ਮਤਲਬ ਗੁਰੂਆਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਅੱਜ ਫਿਰ ਤੋਂ ਜਿਹੜਾ ਸਮੇਂ ਦੇ ਹਾਕਮਾਂ ਖਿਲਾਫ ਡਟ ਕੇ ਲੜਾਈ ਲੜ ਰਿਹਾ ਹੈ ਔਰ ਉਮੀਦ ਪੂਰੀ ਹੈ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਇੱਥੋਂ ਫਤਿਹ ਦੇ ਜਕਾਰੇ ਗਜਾਉਂਦਿਆਂ, ਫਤਿਹ ਦੇ ਨਾਅਰੇ ਲਾਉਂਦਿਆਂ ਔਰ ਗੁਰੂ ਦਾ ਸ਼ੁਕਰਾਨਾ ਕਰਦਿਆਂ ਜਿਹੜੇ ਸਾਰੇ ਸਾਡੇ ਕਿਰਤੀ ਕਿਸਾਨ ਨੇ ਉਹ ਸਾਰੇ ਇਕਮੁੱਠਤਾ ਦੇ ਨਾਲ ਇਸ ਜੰਗ ਨੂੰ ਜਿੱਤ ਕੇ ਜਾਣਗੇ ਜੀ। ਕੱਲ ਸਾਡੀ ਪਿੱਛੇ ਗੱਲ ਹੋ ਰਹੀ ਸੀ ਨੌਜਵਾਨਾਂ ਦੇ ਨਾਲ, ਉੱਥੇ ਕਿਸੇ ਨੇ UAPA ਦੀ ਗੱਲ ਕਰਤੀ। ਉਹ ਕਹਿ ਰਹੇ ਸੀ ਵੀ ਅਸੀਂ ਲੰਗਰ ਲਾ ਰਹੇ ਹਾਂ, ਸਾਨੂੰ ਬਾਹਰੋਂ ਪੈਸੇ ਆ ਰਹੇ ਆ, ਸਾਡੇ ਰਿਸ਼ਤੇਦਾਰ ਭੇਜ ਰਹੇ ਆ। ਪਰ ਉਹ ਮੁੰਡੇ ਕਹਿ ਰਹੇ ਸੀ ਵੀ ਸਾਨੂੰ UAPA ਦਾ ਕੋਈ ਡਰ ਨਹੀਂ, ਕਾਸੇ ਚੀਜ਼ ਦਾ ਡਰ ਨਹੀਂ, ਜੋ ਹੁੰਦਾ ਦੇਖੀ ਜਾਊਗਾ। ਨੌਜਵਾਨ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕਿਆ ਹੈਗਾ। ਨਹੀਂ, ਨੌਜਵਾਨ ਬਹੁਤ ਜ਼ਿਆਦਾ ਸੁਚੇਤ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ। ਦੇਖੋ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਸਾਡੇ ਭੈਣ ਭਰਾ ਵਸਦੇ ਨੇ ਉਹਨਾਂ ਦਾ ਦਿਲ ਤਾਂ ਪੰਜਾਬ ਦੇ ਵਿੱਚ ਹੀ ਵਸਦਾ। ਸਰੀਰਕ ਤੌਰ ਤੇ ਭਾਵੇਂ ਉਹ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਕੰਮ ਕਰ ਰਹੇ ਹੁਣ, ਉਹ ਵੀ ਇਸ ਮਾੜੇ ਸਿਸਟਮ ਦੇ ਸਤਾਏ ਹੋਏ ਗਏ ਆ। ਕੋਈ ਵੀ ਲਹਿਰ ਚੱਲਦੀ ਹੈ ਉਹਦੇ ਵਿੱਚ NRI ਭਰਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਔਰ ਹੁਣ ਵੀ ਸਾਡੇ ਜਿਹੜੇ ਲੋਕ ਮਰ ਚੁੱਕੇ ਨੇ ਇਸ ਸੰਘਰਸ਼ ਦੇ ਵਿੱਚ, ਜਾਨਾਂ ਚਲੀਆਂ ਗਈਆਂ ਜਿਨ੍ਹਾਂ ਦੀਆਂ, ਉਹਨਾਂ ਦੇ ਲਈ ਬਹੁਤ ਸਾਰੀਆਂ ਸੇਵਾਵਾਂ ਉਹ ਸਿੱਧਾ ਪਰਿਵਾਰਾਂ ਨਾਲ ਸੰਪਰਕ ਕਰਕੇ ਭੇਜਿਆ ਜਾ ਰਿਹਾ NRI ਵੀਰਾਂ ਵੱਲੋਂ। ਉਹਨਾਂ ਸਾਰਿਆਂ ਦੀ ਸੋਚ ਨੂੰ ਜਿਹੜਾ ਸਲੂਟ ਕਰਨਾ ਬਣਦਾ। ਪਰ ਤੁਸੀਂ ਵੇਖੋ ਜਨਤਾ ਜਿਹੜੀ ਆ ਉਹ ਇੰਨੀ ਸੁਚੇਤ ਹੈ, ਜਾਗਰੂਕ ਹੈ, ਤੇ ਇਹਨਾਂ ਦਾ ਜਿਹੜਾ ਰਵੱਈਆ ਸਰਕਾਰ ਦਾ, BJP ਵਾਲਿਆਂ ਦਾ, ਮਤਲਬ ਇਹ ਸਾਰਾ ਕੋੜਮਾ ਹੀ ਇਸ ਕਿਸਮ ਦਾ ਇਕੱਠਾ ਹੋਇਆ। ਮੈਂ ਪੜ੍ਹ ਰਿਹਾ ਸੀਗਾ ਅੱਜ ਹੀ, ਹਰਿਆਣੇ ਦਾ ਜਿਹੜਾ ਕੇਂਦਰੀ ਰਾਜ ਮੰਤਰੀ ਹੈ ਕਟਾਰੀਆ ਕਰਕੇ, ਉਹ ਕਹਿੰਦਾ ਉਹਦਾ ਵਿਰੋਧ ਹੋਇਆ। ਵਿਰੋਧ ਤਾਂ ਹੋਊਗਾ ਹੀ ਜਦੋਂ ਤੁਸੀਂ ਇਹੋ ਜਿਹੇ ਮਨੁੱਖਤਾ ਵਿਰੋਧੀ, ਕਿਸਾਨ ਵਿਰੋਧੀ ਨਹੀਂ, ਮਨੁੱਖਤਾ ਵਿਰੋਧੀ ਕਾਲੇ ਕਾਨੂੰਨ ਲਾਗੂ ਕਰੋਗੇ। ਤਾਂ ਵਿਰੋਧਤਾ ਕੀਤੀ ਲੋਕਾਂ ਨੇ, ਤਾਂ ਉਹਦੀ ਵਰਡਿੰਗ ਇਹ ਸੀ ਕਿ ਜੇ ਵਿਰੋਧਤਾ ਕਰਨੀ ਸੀ ਕਿਸੇ ਹੋਰ ਦਿਨ ਮਰ ਲੈਂਦੇ। ਇਹ ਲਫ਼ਜ਼ ਉਸ ਬੰਦੇ ਨੇ, BJP ਦਾ ਜਿਹੜਾ ਕੇਂਦਰੀ ਰਾਜ ਮੰਤਰੀ ਹੈ ਹਰਿਆਣੇ ਦਾ, ਕਹਿੰਦਾ ਕਿਸੇ ਹੋਰ ਦਿਨ ਮਰ ਲੈਂਦੇ। ਜਿਹੜੇ ਕਿਸਾਨ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਉਹਨਾਂ ਲਈ ਇਹ ਲਫ਼ਜ਼ ਵਰਤ ਰਿਹਾ ਕਿ ਤੁਸੀਂ ਮਰ ਲੈਂਦੇ, ਹੋਰ ਦਿਨ ਵਿਰੋਧ ਕਰ ਲੈਂਦੇ। ਵਿਰੋਧ ਲਫ਼ਜ਼ ਵੀ ਨਹੀਂ, ਮਰ ਲੈਂਦੇ ਲਫ਼ਜ਼ ਵਰਤ ਰਿਹਾ। ਇਸ ਤਰ੍ਹਾਂ ਦੇ ਇਹ ਲਫ਼ਜ਼ ਵਰਤੇ ਜਾ ਰਹੇ ਨੇ। ਔਰ ਇਹਨਾਂ ਦਾ ਹੀ ਹਰਿਆਣੇ ਦਾ ਜਿਹੜਾ ਹੈਗਾ ਖੇਤੀ ਮੰਤਰੀ ਹੈ, ਉਹਦਾ ਖੇਤੀ ਮੰਤਰੀ ਹਰਿਆਣੇ ਦਾ, ਉਹ ਕਹਿੰਦਾ ਕਿ ਜਿਹੜਾ ਇਹ ਵਿਰੋਧ ਕਰ ਰਹੀਆਂ ਵਿਦੇਸ਼ੀ ਤਾਕਤਾਂ ਕਰ ਰਹੀਆਂ, ਵਿਦੇਸ਼ੀ ਤਾਕਤਾਂ ਕਿਸਾਨਾਂ ਨੂੰ ਵਰਤ ਰਹੀਆਂ ਮੋਦੀ ਦੇ ਵਿਰੋਧ ਲਈ। ਸੋ ਇਹ BJP ਵਾਲਿਆਂ ਦਾ ਮੇਰਾ ਕੱਲ ਬਿਲਕੁਲ ਇਹ ਦਿਮਾਗੀ ਸੰਤੁਲਨ ਖੋ ਬੈਠੇ। ਇਹਨਾਂ ਨੂੰ ਇਹ ਸੀਗਾ ਕਿ ਜੋ ਮੋਦੀ ਤੇ ਅਮਿਤ ਸ਼ਾਹ ਆਪਣੇ ਮੂੰਹੋਂ ਕੱਢ ਦਿੰਦੇ ਆ ਉਹਨੂੰ ਸੱਤ ਵਚਨ ਕਰਕੇ ਲੋਕ ਪ੍ਰਵਾਨ ਕਰਨਗੇ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਾਗਦੀਆਂ ਜ਼ਮੀਰਾਂ ਵਾਲੇ, ਜ਼ਮੀਨਾਂ ਦੇ ਨਾਲ ਜਿਨ੍ਹਾਂ ਦੀਆਂ ਜ਼ਮੀਰਾਂ ਵੀ ਜਾਗਦੀਆਂ ਨੇ, ਉਹ ਸਾਰੇ ਇਕਮੁੱਠਤਾ ਦੇ ਨਾਲ ਖੜੇ ਹੈ। ਔਰ ਇਸ ਕਰਕੇ ਇਹ ਦਿਮਾਗੀ ਸੰਤੁਲਨ ਇਹਨਾਂ ਦਾ ਬਿਲਕੁਲ ਗਵਾਚ ਚੁੱਕਿਆ। ਤਾਂ ਇਹ ਇਹੋ ਜਿਹੇ ਬੇਤੁਕੇ ਜਿਹੜੇ ਬਿਆਨਬਾਜ਼ੀਆਂ ਕਰਕੇ ਸਾਡੇ ਇਸ ਸੰਘਰਸ਼ ਨੂੰ ਜਿਹੜਾ ਉਹ ਨਿਸ਼ਾਨੇ ਤੇ ਲੈ ਰਹੇ ਹੈ। ਪਰ ਇਹਦੇ ਬਾਵਜੂਦ ਤੁਸੀਂ ਵੇਖੋ ਕਿਸਾਨਾਂ ਦੀ ਸ਼ਾਂਤੀ ਪੂਰੇ ਵਿਸ਼ਵ ਦੇ ਵਿੱਚ ਇੱਕ ਐਸੀ ਪਿਆਰੀ ਉਦਾਹਰਨ ਬਣੀ ਹੈ ਕਿ ਜਦੋਂ ਐਡਾ ਵੱਡਾ ਧੱਕਾ ਹੋ ਰਿਹਾ ਹੋਵੇ, ਇੰਨੀ ਲੰਮਾ ਚਿਰ ਅੰਦੋਲਨ ਚੱਲ ਰਿਹਾ ਹੋਵੇ, ਇਹਦੇ ਬਾਵਜੂਦ ਕੋਈ ਇੱਕ ਵੀ ਘਟਨਾ ਨਹੀਂ ਵਾਪਰੀ ਜਿੱਥੇ ਕਿਤੇ ਭੰਨਤੋੜ ਕੀਤੀ ਹੋਵੇ, ਕੋਈ ਨੁਕਸਾਨ ਹੋਇਆ ਹੋਵੇ। ਸੋ ਇਹੋ ਜਿਹਾ ਕੁਛ ਨਹੀਂ, ਪੀਸਫੁਲੀ ਇਹ ਹੈਗਾ। ਮੈਂ ਇਹ ਜ਼ਰੂਰ RMB TV ਦੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨ ਭਰਾਵਾਂ ਨੂੰ। ਜਿਵੇਂ ਇੱਥੇ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਨੌਜਵਾਨਾਂ ਨੇ ਦੱਸਿਆ ਕਿ ਇੱਥੇ ਮੋਟਰਸਾਈਕਲਾਂ ਤੇ ਕੁਝ ਸ਼ਰਾਰਤੀ ਅਨਸਰ ਮੋਦੀ ਕੇ ਭੇਜਦੇ ਆ ਜਾਂ RSS ਭੇਜਦੀ ਹੈ। ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜਦੋਂ ਛਾਣਬੀਨ ਹੋਣੀ ਹੈ। ਉਹ ਆਉਂਦੇ ਆ ਕਿਸਾਨ ਮੁਰਦਾਬਾਦ ਤੇ ਮੋਦੀ ਜਿੰਦਾਬਾਦ ਦੇ ਨਾਅਰੇ ਲਾ ਕੇ ਜਾਂਦੇ ਆ। ਸੋ ਮੈਂ ਆਪ ਜੀ ਦੇ ਮਾਧਿਅਮ ਹਾਂਜੀ ਇੱਥੇ ਹੀ ਹੋਈਆਂ ਕੁੰਡਲੀ ਬਾਰਡਰ ਦੇ ਉੱਤੇ, ਤੇ ਮੈਂ ਆਪਣੇ ਮਾਧਿਅਮ ਰਾਹੀਂ ਇੱਕ ਤਾਂ ਜਿਹੜੇ ਸ਼ਰਾਰਤੀ ਅਨਸਰ ਹੈ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ, ਤੇ ਨਾਲ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿਸਾਨਾਂ ਨੂੰ ਕਿ ਹਾਰੇ ਹੋਏ ਲੋਕ ਹੈ, ਬਿਲਕੁਲ ਘਬਰਾਏ ਹੋਏ ਹੈ, ਇਹਨਾਂ ਦੇ ਚੱਕਰਾਂ 'ਚ ਅਸੀਂ ਨਹੀਂ ਫਸਣਾ। ਔਰ ਜਿਹੜਾ ਗੋਦੀ ਮੀਡੀਆ ਵੀ ਹੈਗਾ, ਉਹਨਾਂ ਦੇ ਵੀ ਜਿਹੜੇ ਭੈਣ ਭਰਾ ਉੱਥੇ ਆਉਂਦੇ ਆ ਰਿਪੋਰਟਿੰਗ ਕਰਨ ਲਈ, ਸੱਭਿਅਕ ਤਰੀਕੇ ਨਾਲ ਅਸੀਂ ਵਿਰੋਧਤਾ ਕਰਨੀ ਹੈ। ਕੋਈ ਮਤਲਬ, ਕਿਉਂਕਿ ਦੇਖੋ ਵੀਰ ਜੀ, ਮੈਂ ਇਹ ਬਜ਼ੁਰਗਾਂ ਤੋਂ ਸੁਣਿਆ, ਮੈਂ ਤਾਂ ਆਪ ਆਪਣੀ ਉਮਰ ਕੋਈ ਜ਼ਿਆਦਾ ਨਹੀਂ ਹੈ ਦੋਨਾਂ ਦੀ, ਪਰ ਆਪਾਂ ਬਜ਼ੁਰਗਾਂ ਨੂੰ ਸੁਣੋ, ਇਹੋ ਜਿਹੇ ਰਾਖਸ਼ ਹੈਗੇ ਨੇ ਏਜੰਸੀਆਂ ਕੋਲ, ਬੇਅੰਤੇ ਬੁੱਚੜ ਵਰਗੇ ਮਰੇ ਨਹੀਂ ਹੈਗੇ, ਉਹੋ ਜਿਹੇ ਰਾਖਸ਼ ਹੋਰ ਬਹੁਤ ਨੇ। ਐਡੇ ਵੱਡੇ ਪੱਧਰ ਤੇ ਸਾਡਾ ਕਤਲੇਆਮ ਹੋਇਆ, ਕਈ ਸਾਲ ਬਰਾਤਾਂ ਨਹੀਂ ਸੀ ਪਿੰਡਾਂ 'ਚੋਂ ਚੜੀਆਂ। ਇਸ ਲਈ ਬਹੁਤ ਵੱਡੀ ਆਪਣੀ ਸਭ ਦੀ ਇਹ ਜ਼ਿੰਮੇਵਾਰੀ ਹੈ। ਮੀਡੀਆ ਦੇ ਜਿਹਨੇ ਜ਼ਮੀਰਾਂ ਵਾਲੇ ਵੀਰੋਂ, ਤੁਹਾਡੀ ਵੀ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਸਾਡੇ ਨੌਜਵਾਨ ਭਰਾ ਜਿਵੇਂ ਜਾਬਤੇ ਨਾਲ 'ਚ ਰਹਿ ਰਹੇ ਆ, ਇਸੇ ਤਰ੍ਹਾਂ ਰਹਿਣ।
ਅਸੀਂ ਏਜੰਸੀਆਂ ਨੂੰ ਕੋਈ ਐਸਾ ਮੌਕਾ ਨਹੀਂ ਦੇਣਾ ਕਿ ਮੁੜ ਕੇ ਫੇਰ ਸਾਡੇ ਖੂਨ ਦੇ ਨਾਲ ਹੋਲੀ ਖੇਡਣ ਜੀ। ਮਾਂਜੀ ਜੀ, ਇੱਕ ਹੋਰ ਬੜੇ ਸਵਾਲ ਉੱਠਦੇ ਆ ਬਾਬਿਆਂ ਨੂੰ ਲੈ ਕੇ, ਬੜੇ ਸਵਾਲ ਉੱਠਦੇ ਆ ਪ੍ਰਚਾਰਕਾਂ ਨੂੰ ਲੈ ਕੇ ਵੀ ਉਹ ਕਿੱਥੇ ਆ। ਬੜੀਆਂ ਤਸਵੀਰਾਂ ਵਾਇਰਲ ਹੁੰਦੀਆਂ, ਚਲੋ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਸੱਚ ਵੀ ਆ ਝੂਠ ਵੀ ਆ। ਜਿਹੜੇ ਖਾਸ ਨੇ ਵੱਡੇ ਚਿਹਰੇ ਨੇ, ਤੁਹਾਨੂੰ ਵੀ ਪਤਾ ਮੈਂ ਕਿੰਨਾਂ ਦੀ ਗੱਲ ਕਰ ਰਿਹਾ, ਕਿੱਥੇ ਨੇ? ਦੇਖੋ ਮੈਂ ਤਾਂ ਉਹਨਾਂ ਨੂੰ ਜੀ ਪਹਿਲੇ ਦਿਨ ਤੋਂ ਹੀ ਸੰਭੂ ਬਾਰਡਰ ਤੇ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਬਈ ਹੁਣ ਭਗਤੀ ਭੋਰਿਆਂ 'ਚ ਨਹੀਂ ਹੁੰਦੀ, ਭੋਰਿਆਂ 'ਚੋਂ ਬਾਹਰ ਨਿਕਲਿਓ। ਆਹ ਸਾਡੇ ਬਜ਼ੁਰਗ, ਆਹ ਦੇਖੋ ਬਜ਼ੁਰਗ ਬਾਪੂ, ਇਸ ਤੋਂ ਵੀ ਵਡੇਰੀ ਉਮਰ ਦੇ 80-85 ਸਾਲ ਦੇ ਬਜ਼ੁਰਗ ਇੱਥੇ ਇਹ ਸਰਦੀਆਂ ਦੇ ਮੌਸਮ 'ਚ ਆਪਣੇ ਦੋਹਤਿਆਂ ਨੂੰ ਗੋਦੀਆਂ 'ਚ ਬਿਠਾ ਕੇ ਉਹਨਾਂ ਨਾਲ ਤੋਤਲੀਆਂ ਆਵਾਜ਼ਾਂ ਵਿੱਚ ਗੱਲਾਂ ਕਰਨ ਵਾਲੇ, ਆਪਣੇ ਪੋਤੇ ਪੋਤੀਆਂ ਨੂੰ ਖਿਡਾਉਣ ਵਾਲੇ, ਸਾਰੇ ਦਾਦੇ ਆਪਣੇ ਦੋਹਤੇ ਦੋਹਤੀਆਂ ਨੂੰ ਛੱਡ ਕੇ, ਪੋਤਿਆਂ ਨੂੰ ਛੱਡ ਕੇ, ਪਰਿਵਾਰਾਂ ਨੂੰ ਛੱਡ ਕੇ ਇਹੋ ਜਿਹੀ ਠੰਡ ਦੇ ਵਿੱਚ ਆ ਕੇ ਇੱਥੇ ਆਸਮਾਨ ਦੀ ਛੱਤ ਦੇ ਹੇਠਾਂ ਇੱਥੇ ਪਏ ਹੈ। ਤੇ ਅਸੀਂ ਮਤਲਬ ਫਿਰ ਉਹੀ ਇਹ ਸੰਘਰਸ਼ ਵੱਲ ਪਿੱਠ ਕਰਕੇ ਜੇ ਅਸੀਂ ਕਹੀਏ ਵੀ ਅਸੀਂ ਗੁਰੂ ਦੇ ਸਿੱਖ ਬਣ ਜਾਾਂਗੇ, ਰੱਬ ਦੇ ਨੇੜੇ ਹੋ ਜਾਾਂਗੇ, ਬਹੁਤ ਵੱਡਾ ਇਹ ਭੁਲੇਖਾ ਸਾਡੇ ਮਨ ਵਿੱਚ ਕਦੇ ਨਹੀਂ ਹੋ ਸਕਦਾ। ਕਿਉਂਕਿ ਵੇਖੋ ਸਾਡਾ ਗੁਰੂ ਨਾਨਕ ਪਾਤਸ਼ਾਹ ਉਦੋਂ ਵੱਡਾ ਤਾਂ ਕੋਈ ਕਿਸਾਨ ਵੀ ਨਹੀਂ ਹੋ ਸਕਦਾ। ਉਸ ਉਮਰ 'ਚ ਬਾਬੇ ਨੇ ਖੇਤੀ ਕੀਤੀ ਹੈ। ਜਦੋਂ ਆਪਾਂ ਕਹਿੰਦੇ ਆ ਵੀ ਹੁਣ ਆਰਾਮ ਕਰਨ ਦਾ ਟਾਈਮ ਹੈ ਜੀਵਨ ਦੇ ਸਮਾਪਤੀ ਵਾਲੇ ਸਮੇਂ ਦੇ ਵਿੱਚ, ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਮੈਂ ਜਿਹੜੇ ਬਾਬਿਆਂ ਨੇ ਲੰਗਰ ਲਾਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਜਿਹੜੇ ਅਜੇ ਤੱਕ ਘੁਰਨਿਆਂ 'ਚ ਬੈਠੇ ਆ, ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਕਣਕ ਝੋਨਾ ਲੈਣ ਆਉਂਦੇ ਆ ਉਦੋਂ ਇਹਨਾਂ ਨੂੰ ਦਬੱਲੋ। ਇਹਨਾਂ 'ਚੋਂ ਬਹੁਤੇ ਕਿਉਂ ਨਹੀਂ ਬੋਲਦੇ ਇਹਦੇ ਖਿਲਾਫ? ਕਿਉਂਕਿ ਇਹਨਾਂ ਦੇ ਜਿਹੜੇ ਡੇਰੇ ਨੇ ਉਹ ਸਰਕਾਰੀ ਜ਼ਮੀਨਾਂ ਦੇ ਉੱਤੇ ਕਈਆਂ ਦੇ ਉਸਾਰੇ ਹੋਏ ਆ ਤੇ ਕਈਆਂ ਦੇ ਬਹੁਤ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਘਾਟਾਂ ਨੇ। ਇਹਨਾਂ ਨੂੰ ਡਰ ਲੱਗਦਾ ਮੋਦੀ ਖਿਲਾਫ ਬੋਲਾਂਗੇ ਨਾਲ ਦੀ ਨਾਲ ਅਸੀਂ ਜਿਹੜਾ ਸਾਡੇ ਉਹ ਡੇਰੇ ਢਹਾ ਦੂਗਾ ਵੀ ਆਹ ਦੇਖੋ ਤੁਸੀਂ ਨਜਾਇਜ਼ ਇੰਨੇ ਕੰਮ ਕਰਦੇ ਹੋ। ਇਹ ਡੇਰਿਆਂ ਦੇ ਵਿੱਚ ਜਿਹੜੀ ਗੁੰਡਾਗਰਦੀ ਹੁੰਦੀ ਹੈ, ਜਿਹੜੀ ਬਦਮਾਸ਼ੀ ਹੁੰਦੀ ਹੈ, ਉਹ ਸਾਰੀ ਸਰਕਾਰ ਨੂੰ ਤਾਂ ਪਤਾ ਹੀ ਹੁੰਦੀ ਹੈ, ਸਰਕਾਰ ਨਾਲ ਰਲ ਕੇ ਕਰਦੇ ਆ। ਇਸ ਕਰਕੇ ਉਹਨਾਂ ਵਿੱਚ ਹਿੰਮਤ ਨਹੀਂ ਕਿ ਆ ਬਜ਼ੁਰਗਾਂ ਦੇ ਨਾਲ, ਸਾਡੇ ਨੌਜਵਾਨਾਂ ਦੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜਨ ਜੀ। ਅਸੀਂ ਸਾਰਿਆਂ ਨਾਲ ਇੱਥੇ ਗੱਲ ਕਰ ਰਹੇ ਹਾਂ, ਸਾਰੇ ਕਹਿ ਰਹੇ ਵੀ ਜਿਹੜੀ ਨੌਜਵਾਨੀ ਆਈ ਹੈ ਉਹਨਾਂ ਦਾ ਅਸੀਂ ਮਨੋਬਲ ਵਧਾ ਰਹੇ ਹਾਂ, ਬਿਠਾ ਰਹੇ ਹਾਂ, ਸੰਯਮ ਦੇ ਨਾਲ ਕਰ ਰਹੇ ਹਾਂ ਸਾਰਾ ਕੁਝ, ਕਿਉਂਕਿ ਐਜੀਟੇਸ਼ਨ ਜ਼ਿਆਦਾ ਲੰਬਾ ਚੱਲਣ ਵਾਲਾ। ਪਰ ਜਿਹੜੇ ਪਿੱਛੇ ਘਰਾਂ ਦੇ ਵਿੱਚ ਬੈਠੇ ਨੇ ਆਪਣੀਆਂ ਮਾਤਾਵਾਂ ਭੈਣਾਂ ਆਈਆਂ, ਉਹਨਾਂ ਦੇ ਮਨੋਬਲ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਜਿਹੜੀ ਹੁਣ ਜ਼ਮੀਨ ਪਿਆਰੀ ਲੱਗਦਾ, ਜ਼ਮੀਨ ਬਹੁਤ ਔਖੀ ਬਣੀ ਹੈ। ਕਈਆਂ ਨਾਲ ਚੱਕ ਟਿੱਬੇ, ਕਈਆਂ ਨਾਲ ਚੱਕ ਟਿੱਬੇ ਫੇਰ ਖੇਤੀ ਬਣਾਇਆ ਹੈ। ਜਿਹਨੂੰ ਇਹ ਹੁਣ ਲਈ ਭੱਜੇ ਫਿਰਦੇ ਬਣਾਉਂਦੇ ਅਸੀਂ ਰਹਿ ਕੇ ਲੈਣ ਹੁਣ ਬਿਲਕੁਲ ਜੀ। ਤੇ ਅਸਲ 'ਚ ਕੀ ਹੈ ਵੀ ਗੁੱਸਾ ਹੈ ਦੇਖੋ ਬਜ਼ੁਰਗਾਂ ਦਾ। ਸਾਡੇ ਕਈ ਵਾਰੀ ਗਾਲ ਵੀ ਨਿਕਲ ਜਾਂਦੀ ਹੈ, ਹਾਲਾਂਕਿ ਗਾਲ ਨਹੀਂ ਕੱਢਣੀ ਚਾਹੀਦੀ, ਬਿਲਕੁਲ ਇਹਨਾਂ ਨੇ ਤਾਂ ਪਰਹੇਜ਼ ਕੀਤਾ। ਪਰ ਮੈਂ ਕਹਿੰਦਾ ਵੀ ਗੁੱਸਾ ਹੀ ਇੰਨਾ ਵਧਿਆ ਹੋਇਆ ਜਦੋਂ ਸਰਕਾਰੀ ਅਹੁਦਿਆਂ ਤੇ ਬੈਠੇ ਬੰਦੇ ਕਹਿੰਦੇ ਆ ਵੀ ਮਰ ਜਾਣ ਕਿਸਾਨ, ਐਦਾਂ ਦੀ ਸ਼ਬਦਾਵਲੀ ਵਰਤਦੇ ਆ। ਸੋ ਫਿਰ ਵੀ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ, ਜਿਵੇਂ ਇਹਨਾਂ ਨੇ ਬਜ਼ੁਰਗਾਂ ਨੇ ਗੱਲ ਕੀਤੀ ਆ, ਦੇਖੋ ਜਦੋਂ ਭਾਰਤ ਦੇਸ਼ ਹੱਥ ਵਿੱਚ ਠੂਠਾ ਲੈ ਕੇ ਮੰਗ ਰਿਹਾ ਸੀ ਵਿਸ਼ਵ ਦੇ ਅੱਗੇ, ਝੋਲੀਆਂ ਅੱਡ ਕੇ ਜਦੋਂ ਤੁਸੀਂ ਮੰਗਦੇ ਸੀ, ਮੋਦੀ ਕਿਉਂ ਉਹ ਭੁੱਲ ਗਏ? ਜਿਹੜੇ ਉਦੋਂ ਹੁਕਮਰਾਨ ਸੀ ਉਦੋਂ ਮੰਗਦੇ ਸੀ ਕਿ ਭੁੱਖਾ ਮਰ ਗਿਆ ਦੇਸ਼, ਖੈਰ ਪਾ ਦਿਓ। ਉਦੋਂ ਇਹਨਾਂ ਕਿਰਤੀਆਂ ਕਿਸਾਨਾਂ ਨੇ ਖੈਰ ਪਾਈ, ਉਦੋਂ ਢਿੱਡ ਭਰਿਆ ਮੁਲਕ ਦਾ। ਤੇ ਅੱਜ ਇਹਨਾਂ ਕਿਰਤੀਆਂ ਦੇ ਤੁਸੀਂ ਗਲਗੂਠਾ ਦੇਣ ਲੱਗੇ ਪਏ ਹੋ ਤੇ ਤੁਹਾਡਾ ਭਲਾ ਕਿੱਥੇ ਹੋਊਗਾ ਇਹੋ ਜਿਹਿਆਂ ਦਾ? ਸੋ ਇਸ ਲਈ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਘਰ ਬੈਠੀਆਂ ਨੇ, ਜਿਵੇਂ ਤੁਸੀਂ ਗੱਲ ਕੀਤੀ ਹੈ, ਉਹਨਾਂ ਨੂੰ ਹੌਸਲਾ। ਉਹ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਡਿਊਟੀਆਂ ਨਿਭਾ ਰਹੀਆਂ ਨੇ, ਸੇਵਾਵਾਂ ਨਿਭਾ ਰਹੀਆਂ ਨੇ, ਹੌਸਲਾ। ਉਹ ਤਾਂ ਗੁਰਬਾਣੀ ਨਾਲ ਜੁੜ ਕੇ ਆਪਣੇ ਮਨੋਬਲ ਨੂੰ ਤਕੜਾ ਕਰਦੀਆਂ। ਔਰ ਆ ਦੇਖੋ ਮਾਵਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਤੋਰਿਆ, ਮਤਲਬ ਬਾਪੂਆਂ ਨੇ ਆਪਣੇ ਬੱਚੇ ਤੋਰੇ ਹੈ। ਸੋ ਸਾਰੀ ਚੜ੍ਹਦੀ ਕਲਾ ਜੀ, ਕੋਈ ਘਬਰਾਉਣ ਦੀ ਲੋੜ ਨਹੀਂ, ਨਾ ਇਹਨਾਂ ਅੱਗੇ ਝੁਕਣ ਦੀ ਲੋੜ ਹੈ, ਇਹਨਾਂ ਬਦਮਾਸ਼ਾਂ ਅੱਗੇ, ਗੁੰਡਿਆਂ ਅੱਗੇ। ਤੇ ਇਹ ਜਿਹੜੇ ਕਲਕਾਤੀ ਰਾਜੇ ਕਸਾਈ ਨੇ, ਇਹਨਾਂ ਕਸਾਈਆਂ ਦਾ ਮੁਕਾਬਲਾ ਕਰਨ ਦੇ ਲਈ ਅਸੀਂ ਸਾਰੇ ਵਖਰੇਵਿਆਂ ਤੋਂ ਉੱਪਰ ਉੱਠ ਕੇ, ਰਾਜਨੀਤਿਕ, ਧਾਰਮਿਕ, ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਥੇ ਦੇਖੋ ਲੰਗਰ ਸਿੱਖਾਂ ਨੇ ਤਾਂ ਲਾਉਣੇ ਹੀ ਲਾਉਣੇ ਹੈ। ਮੈਂ ਕਹਿੰਦਾ ਹਿੰਦੂ ਵੀਰ ਫਰੂਟ ਵੰਡ ਰਹੇ ਹੈ ਤੇ ਮੈਂ ਅੱਖੀਂ ਵੇਖਿਆ ਮੁਸਲਮਾਨ ਭਰਾ ਪ੍ਰਸ਼ਾਦਾ ਛਕਾ ਰਹੇ ਹੈ। ਕੱਲ ਇੱਕ ਕਿਸਾਨ ਆਏ, ਉਹ ਬਦਾਮ ਵੰਡ ਗਏ, 5-6 ਕੁਆਂਟਲ ਬਦਾਮ ਲੈ ਕੇ ਆਇਆ। ਕਹਿੰਦੇ ਮਤਲਬ ਵੇਖੋ ਚੜ੍ਹਦੀ ਕਲਾ ਜਿਹੜੀ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ ਨਾ, ਵੀ ਹਰ ਹਾਲਤ ਦੇ ਵਿੱਚ ਇਹ ਬਦਾਮ ਵੰਡਣ ਇੱਕ ਬਹੁਤ ਵੱਡੀ ਗੱਲ ਹੈ। ਮਤਲਬ ਇਹ ਨਹੀਂ ਹੈ ਵੀ ਬਦਾਮ ਕੋਈ ਵੀ ਕਿਉਂ ਵੰਡਦੇ ਜਾਂ ਇਹਦੇ ਨਾਲ ਕੋਈ ਜ਼ਿਆਦਾ ਹੋ ਜੂ, ਪਰ ਇੱਕ ਬਹੁਤ ਵੱਡੀ ਚਪੇੜ ਹੈ ਵੀ ਤੁਸੀਂ ਯਾਰ ਤੁਸੀਂ ਸਾਨੂੰ ਰੋਟੀ ਖਾਣ ਦੀਆਂ ਗੱਲਾਂ ਕਰਦੇ ਹੋ। ਆ ਜਾਓ, ਉਹ ਕਿਸਾਨ ਕਹਿੰਦੇ ਆ ਜਾਓ ਤੁਹਾਨੂੰ ਬਦਾਮ ਛਕਾ ਦਈਏ। ਜਿਹੜੇ ਤੁਸੀਂ ਡਾਂਗਾ ਚੁੱਕ ਕੇ ਖੜੇ ਹੋ ਨਾ, ਫੋਰਸਾਂ ਲਾਈਆਂ, ਦੇਖੋ ਕਿਵੇਂ ਲਾਈਆਂ, ਕਿੱਦਾਂ ਇਸ ਨਾਕਾਬੰਦੀ ਕੀਤੀ ਹੈ, ਕਿਵੇਂ ਪੱਕੇ ਬੈਰੀਅਰ ਲਾਏ ਹੈ। ਮੈਂ ਪੁੱਛਣਾ ਚਾਹੁੰਦਾ ਨਰਿੰਦਰ ਮੋਦੀ ਨੂੰ, ਉਹ ਦੱਸੋ ਹੁਣ
ਤੁਸੀਂ ਜਦੋਂ ਸਿੱਖ ਆਪਣੀ ਮੰਗਾਂ ਦੀ ਗੱਲ ਕਰਦੇ, ਅੱਤਵਾਦੀ ਵੱਖਵਾਦੀ ਦੱਸਦੇ ਹੋ, ਅੱਜ ਮੋਦੀ ਨੂੰ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਨੂੰ ਭਾਰਤ ਦਾ ਹਿੱਸਾ ਸਮਝਦਾ ਜਾਂ ਨਹੀਂ ਸਮਝਦਾ। ਤੂੰ ਸਪਸ਼ਟ ਕਰ ਕਿ ਆਪਣੇ ਦੇਸ਼ ਦੇ ਵਸਨੀਕਾਂ ਦੇ ਉੱਪਰ ਐਦਾਂ ਇਸ ਤਰ੍ਹਾਂ ਕਹਿਰ ਢਾਈਂਦਾ ਹੁੰਦਾ ਜਿਵੇਂ ਤੁਸੀਂ ਢਾ ਰਹੇ ਹੋ ਲਗਾਤਾਰ। ਫਿਰ ਦੇਖੋ ਅਮਿਤ ਸ਼ਾਹ ਐਡਾ ਵਿਗੜਿਆ ਬੰਦਾ ਕਿਸਾਨਾਂ ਨੂੰ ਕਹਿੰਦਾ ਹੈ ਕਿ ਆ ਕੇ ਉਹ ਗਰਾਊਂਡ ਕਿਹੜਾ ਸੀਗਾ, ਉਹ ਗਰਾਊਂਡ ਦੇ ਵਿੱਚ ਬਰਾੜੀ ਗਰਾਊਂਡ 'ਚ ਅੰਦੋਲਨ ਕਰ ਲਓ। ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਅੰਦੋਲਨ ਕਰਨਾ ਹੈ, ਆਹ ਗਰਾਊਂਡ 'ਚ ਕਰ ਲਓ। ਇਹਦਾ ਮਤਲਬ ਸਰਕਾਰ ਖੁਦ ਮੰਨਦੀ ਹੈ ਵੀ ਅਸੀਂ ਬਿਲਕੁਲ ਜਿਹੜੇ ਹੈਗੇ ਆ ਬੇਵਕੂਫ ਹਾਂ, ਬਿਲਕੁਲ ਅਸੀਂ ਨਲਾਇਕ ਹਾਂ। ਉਹ ਤੁਹਾਨੂੰ ਤਾਂ ਇਹੋ ਜਿਹੇ ਫੈਸਲੇ ਕਰਨੇ ਚਾਹੀਦੇ ਆ ਕਿ ਤੁਹਾਡਾ ਸਤਿਕਾਰ ਕਰਦੇ ਜਾਣ ਕਿਸਾਨ। ਮੋਦੀ ਮੁਰਦਾਬਾਦ ਨਹੀਂ, ਜਿੰਦਾਬਾਦ ਕਹਿੰਦੇ ਜਾਣ ਕਿਸਾਨ। ਇਹੋ ਜਿਹੇ ਫੈਸਲੇ ਕਰੋ ਨਾ। ਐਡੇ ਬੇਵਕੂਫ ਬੰਦੇ ਆ, ਕਹਿੰਦੇ ਜੇ ਅੰਦੋਲਨ ਕਰਨਾ ਇੱਥੇ ਨਾ ਕਰੋ, ਇੱਥੇ ਬਹਿ ਕੇ ਕਰ ਲਓ। ਵੀ ਸਾਨੂੰ ਜਿਹੜਾ ਮਾੜਾ ਚੰਗਾ ਕਹਿਣਾ ਇੱਥੇ ਬਹਿ ਕੇ, ਇਹਦਾ ਮਤਲਬ ਕੀ ਹੈ ਵੀ ਇਹ ਬਹੁਤ ਮਤਲਬ ਇਹਨਾਂ ਨੂੰ ਖੁਦ ਪਤਾ। ਇਹਦਾ ਮਤਲਬ ਅਮਿਤ ਸ਼ਾਹ ਦੇ ਅੰਦਰ ਇਹੋ ਜਿਹੇ ਬੰਦਿਆਂ ਨੂੰ ਗੁਰਬਾਣੀ 'ਚ ਮੇਰੇ ਹਿਸਾਬ ਨਾਲ ਜੇ ਮੈਂ ਜਦੋਂ ਪੜ੍ਹਦੇ ਆ ਨਾ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਗ੍ਰੰਥ, ਜਿਹੜਾ ਬਿਨਾਂ ਗੁਣਾਂ ਤੋਂ ਹੰਕਾਰ ਕਰੇ ਉਹ ਹੁੰਦਾ ਅਸਲੀ ਖੋਤਾ। ਇਹਨਾਂ 'ਚ ਗੁਣ ਤਾਂ ਕੋਈ ਹੈ ਨਹੀਂ। ਇਹੋ ਵੀ ਤੁਹਾਨੂੰ ਕਮਾਂਡ ਮਿਲੀ ਹੈ ਤੁਸੀਂ ਸਾਰੇ ਦੇਸ਼ ਨੂੰ ਸੁੱਖੀ ਸਾਂਦੀ ਵਸਾਓ, ਪਰ ਇਹ ਜਿਹੜੇ ਪਾਸੇ ਤੁਰੇ ਆ ਅਸਲੀ ਖੋਤੇ ਨੇ। ਇਸੇ ਕਰਕੇ ਕਹਿ ਰਹੇ ਆ ਕਿ ਤੁਸੀਂ ਅੰਦੋਲਨ ਕਰਨਾ ਇੱਧਰ ਬਹਿ ਕੇ ਕਰ ਲਓ। ਸੋ ਇਹ ਬਿਲਕੁਲ ਮੂਰਖ ਬੰਦਿਆਂ ਇਹਨਾਂ ਦਾ ਉਹ ਕੰਮ ਹੈ ਜੀ। ਮਤਲਬ ਜਿਵੇਂ ਨਾ ਆਪਾਂ ਪਿੰਡਾਂ ਵਾਲੇ ਜਾਣਦੇ ਆ ਸਾਰੇ ਇਸ ਗੱਲ ਨੂੰ, ਆਪਣੇ ਘਰਾਂ ਵਿੱਚ ਮੱਝਾਂ ਜਿਹੜੀਆਂ ਰੱਖੀਆਂ ਹੁੰਦੀਆਂ ਨੇ ਸੰਗਲ ਪਾਏ ਹੁੰਦੇ ਆ, ਜੇ ਕਦੇ ਕਦੇ ਉਹਦਾ ਸੰਗਲ ਖੁੱਲ੍ਹ ਜੇ ਸਾਰਾ ਵਿਹੜਾ ਪੱਟ ਦਿੰਦੀ ਹੈ। ਇਹਨਾਂ ਦੇ ਸੰਗਲ ਖੁੱਲ੍ਹੇ ਹੋਏ ਆ ਤੇ ਇਹ ਹੁਣ ਐ ਪੂਰੇ ਦੇਸ਼ ਨੂੰ ਪੱਟਣ ਤੇ ਲੱਗੇ ਹੋਏ, ਪਰ ਇਹ ਕਿਰਤੀ ਲੋਕ ਇਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਗੇ। ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।